ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰ ਪਾਣੀ। ਕਹੈ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਮਦਰੁ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਭਰ ਨ ਸਕੈ ਮਹਿਮਾ ਜੁਤ ਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਧਨਾਸਰੀ ਛੰਤ ਮਹੱਲਾ ਚੌਥਾ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਗਸੈ ਸਦਾ ਅਨ ਦਿਨ, ਜਾਂ ਆਪ ਸਾਚੇ ਭਾਵ ਏ। ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੇ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਅੰਦਰ ਸਾਚਾ ਨੇਹ, ਪੂਰੇ ਸਤਿਗੁਰੈ ਜੀਉ। ਹਉ ਤਿਸ ਦੇਵੀ ਦਿਨ ਰਾਤ, ਮੈਂ ਕਦੇ ਨ ਵਿਸਰੈ ਜੀਉ। ਕਦੇ ਨਾ ਵਿਸਾਰੀ ਅਨ ਦਿਨ ਸਮਾਰੀ, ਜਾ ਨਾਮ ਲੈਹੀ ਤਾਂ ਜੀਵ। ਸ਼ਰਵਣੀ ਸੁਣੀ ਤਾਂ ਏ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਅਨ ਦਿਨ ਵਿਵੇਕ ਬੁੱਧ ਵਿਚਰੈ। ਅੰਦਰ ਸਾਚਾ ਨੇਹ, ਪੂਰੈ ਸਤਿਗੁਰੈ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਉ। ਅਨ ਦਿਨ ਰਹੈ ਲਿਵ ਲਾਏ, ਤਾਂ ਸਹਿਜ ਸਮਾਵਹਿ ਜੀਉ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੁਹਾਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵ ਏ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਉ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਉ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜੀਉ। ਮਾਇਆ ਦੁਖ ਮੋਹਿਆ, ਹਉਮੈ ਰੋਹਿਆ। ਮੇਰੀ ਮੇਰੀ ਕਰਤ ਵਿਹਾਵੇ, ਜੋ ਪ੍ਰਭ ਦੇ ਤਿਸ ਚੇਤੈ ਨਾਹੀ। ਅੰਤ ਗਿਆ ਪਛੁਤਾਵੇ, ਬਿਨ ਨਾਵੈ ਕੋ ਸਾਥ ਨ ਚਾਲੈ। ਪੁੱਤਰ ਕਲਤਰ ਮਾਇਆ ਧੋਹਿਆ, ਦੂਜੈ ਭਾਏ ਦੁਖ ਹੋਏ। ਮਨ ਮੁਖ ਜਮ ਜੋਹਿਆ ਜੀਉ। ਕਰ ਕਿਰਪਾ ਲਿਹੁ ਮਿਲਾਏ, ਮਹਿਲ ਹਰ ਪਾਇਆ ਜੀਉ। ਸਦਾ ਰਹਿ ਕਰ ਜੋੜ, ਪ੍ਰਭ ਮਨ ਭਾਇਆ ਜੀਉ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਅਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੀ ਨਾਮ ਧਿਆਇਆ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲਿਹੁ ਮਿਲਾਏ, ਮਹਿਲ ਹਰ ਪਾਵੇ ਜੀਉ। ਕਰ ਕਿਰਪਾ ਲਿਹੁ ਮਿਲਾਏ, ਮਹਿਲ
ਹਰ ਪਾਵੈ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸ਼ਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ 690 ਅੰਕ 'ਤੇ ਹੈ। ਧਨਾਸਰੀ ਸ਼ੰਤ, ਧਨਾਸਰੀ ਰਾਗ ਹੈ, ਸ਼ੰਤ ਚਾਲ ਹੈ, ਮਹੱਲਾ ਚੌਥਾ। ਚੌਥੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਘਰ ਪਹਿਲਾ, ਪਹਿਲੇ ਘਰ ਵਿੱਚ ਗਾਇਨ ਕਰਨ ਦਾ ਉਪਦੇਸ਼ ਹੈ। ਪਹਿਲੋ ਮੰਗਲ ਹੈ, ਬੀਜ ਮੰਤਰ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰੱਬ ਇੱਕ ਹੈ, ਓੰ ਪ੍ਰਕਾਸ਼ਕ ਹੈ, ਕਾਰ ਇੱਕ ਰਸ ਹੈ। ਉਸੇ ਦਾ ਹੀ ਸਭਨਾਂ 'ਤੇ ਹੁਕਮ ਹੈ। ਸਭਨਾਂ ਨੂੰ ਉਸਨੇ ਆਪਣੇ ਸੂਤ ਦੇ ਵਿੱਚ ਪਰੋ ਕੇ ਰੱਖਿਆ। ਸਗਲ ਸਮੱਗਰੀ ਤੁਮਰੇ ਸੂਤਰ ਧਾਰੀ। ਉਹ ਸੱਤ ਹੈ, ਉਸ ਦਾ ਗਿਆਨ ਸੱਤ ਹੈ। ਉਸ ਦਾ ਗਿਆਨ ਕਿਵੇਂ ਪ੍ਰਾਪਤ ਹੁੰਦਾ? ਉਹਦੀ ਕਿਰਪਾ ਦੇ ਨਾਲ। ਸੱਤ ਦੀ ਪ੍ਰਾਪਤੀ ਕਿਵੇਂ ਹੈ? ਗਿਆਨ ਦੀ ਕਿਰਪਾ ਦੇ ਨਾਲ। ਗਿਆਨ ਸਭ ਤੋਂ ਵੱਡਾ ਕਿਹੜਾ? ਗੁਰੂ ਦਾ ਗਿਆਨ। ਗੁਰੂ ਦੇ ਗਿਆਨ ਦੀ ਕਿਰਪਾ ਦੇ ਨਾਲ, ਭਾਵ ਬਾਣੀ ਦੁਆਰਾ ਹੀ ਉਸੇ ਦੀ ਪ੍ਰਾਪਤੀ ਹੈ। ਹਰ ਜੀਉ ਕਿਰਪਾ ਕਰੇ, ਹਰੀ ਜੇ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਫੇਰ ਨਾਮ ਧਿਆਇਆ ਜਾਂਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਧਿਆਇਆ ਜਾਂਦਾ। ਸਤਿਗੁਰ ਮਿਲੈ ਸੁਭਾਏ, ਸਤਿਗੁਰੂ ਦੇ ਨਾਲ ਮੇਲ ਹੋਵੇ ਤੇ ਫਿਰ ਉਹਦੇ ਵਿੱਚ ਸ੍ਰੇਸ਼ਟ ਪਿਆਰ ਪੈਦਾ ਹੋ ਜਾਵੇ। ਸਹਿਜ ਗੁਣ ਗਾਈਐ ਜੀਉ, ਫਿਰ ਸਹਿਜ ਅਵਸਥਾ ਬਣਦੀ ਹੈ। ਅਤੇ ਸਹਿਜ ਅਵਸਥਾ ਦੇ ਵਿੱਚ ਜਦੋਂ ਉਹਦੇ ਗੁਣ ਗਾਏ ਜਾਂਦੇ ਹੈ ਅਤੇ ਉਹ ਪਰਮਾਤਮਾ ਨੂੰ ਬੜਾ ਚੰਗਾ ਲੱਗਦਾ ਹੈ। ਗੁਣ ਗਾਏ ਵਿਗਸੈ ਸਦਾ ਆਨੰਦਿਨ। ਉਹਦੇ ਗੁਣ ਗਾਉਣ ਦੇ ਨਾਲ ਦਿਨ ਰਾਤ ਅੰਦਰ ਖੁਸ਼ੀ ਬਣਦੀ ਹੈ, ਖੇੜਾ ਬਣਦਾ ਆ। ਜਾਂ ਆਪ ਸਾਚੇ ਭਾਵ ਏ। ਉਹਦੀ ਕਿਰਪਾ ਦੇ ਨਾਲ ਹੀ ਅੰਦਰ ਖੁਸ਼ੀ ਬਣਦੀ ਹੈ, ਖੇੜਾ ਬਣਦਾ ਆ। ਅਤੇ ਜਿਸ ਦੇ ਅੰਦਰ ਖੇੜਾ ਬਣਦਾ ਉਹ ਸੱਚੇ ਨੂੰ ਪਾਉਂਦਾ। ਮਤਲਬ ਇਹ ਗੁਣ ਗਾਏ ਦੀ ਨਿਸ਼ਾਨੀ ਹੈ ਵੀ ਅੰਦਰ ਗੁਣ ਗਾਇਆ ਗਿਆ, ਅੰਦਰ ਖੇੜਾ ਬਣ ਗਿਆ, ਹੁਣ ਸੱਚੇ ਨੂੰ ਪਾ ਗਿਆ। ਇਹ ਅੰਦਰੋਂ ਗੁਣ ਗਾਉਣ ਦੀ ਨਿਸ਼ਾਨੀ। ਅਹੰਕਾਰ ਹਉਮੈ ਤਜੈ ਮਾਇਆ। ਹਉਮੈ ਹੰਕਾਰ ਦਾ ਤਿਆਗ ਕਰਨਾ। ਸਹਿਜ ਨਾਮ ਸਮਾਵੈ, ਫਿਰ ਸਹਿਜੇ ਹੀ ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ। ਨਾਮ ਜਪਣੇ ਵਾਲਾ ਨਾਮ ਦਾ ਹੀ ਰੂਪ ਹੋ ਜਾਂਦਾ ਹੈ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ। ਉਹ ਕਰਤਾ ਹੈ। ਇੱਦਾਂ ਦਾ ਜੀਵਨ ਜੇ ਬਣਾ ਦੇਵੇ ਤਾਂ ਤਦੇ ਹੀ ਬਣਦਾ। ਆਪ ਨਾਮ ਦੇਊਗਾ ਤਦੇ ਹੀ ਪ੍ਰਾਪਤ ਕਰਾਂਗੇ। ਜਿਸ ਨੂੰ ਉਹ ਨਾਮ ਦਿੰਦਾ ਅਤੇ ਉਹਦਾ ਫਿਰ ਇਹੋ ਜਿਹਾ ਜੀਵਨ ਬਣ ਜਾਂਦਾ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਹਰੀ ਕਿਰਪਾ ਕਰਦਾ ਇਸ ਜੀਵ 'ਤੇ, ਇਸ ਜਿੰਦ 'ਤੇ। ਫਿਰ ਹੀ ਇਹ ਜੀਵ ਜਿਹੜਾ ਸੰਸਾਰਕ ਮੋਹ ਮਾਇਆ ਤੋਂ ਉੱਠ ਕੇ, ਮੋਹ ਮਾਇਆ ਦੇ ਵਿੱਚੋਂ ਨਿਕਲ ਕੇ ਉਹ ਨਾਮ ਜਪਦਾ। ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਜੀਉ। ਸੋ ਨਾਮ ਜਪਣੇ ਵਾਲਿਆਂ ਦੀਆਂ ਨਿਸ਼ਾਨੀਆਂ ਨੇ ਭਾਈ, ਅੰਦਰੋਂ ਉਹਨਾਂ ਦਾ ਸੱਚਾ ਪਿਆਰ ਪੂਰੇ ਸਤਿਗੁਰਾਂ ਦੇ ਨਾਲ ਹੁੰਦਾ ਹੈ। ਅਟੁੱਟ ਪਿਆਰ ਜਿਹੜਾ ਟੁੱਟਦਾ ਨਹੀਂ ਹੈ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਉ।
ਸੋ ਜਿਨ੍ਹਾਂ ਦਾ ਅੰਦਰੋਂ ਪਿਆਰ ਹੁੰਦਾ ਉਹਨਾਂ ਦੀ ਮੰਗ ਵੀ ਇੱਕੋ ਹੀ ਹੁੰਦੀ ਹੈ ਵੀ ਮੈਂ ਦਿਨ ਰਾਤ ਉਹਦੀ ਸੇਵਾ ਕਰਾਂ, ਦਿਨ ਰਾਤ ਉਹਦਾ ਨਾਮ ਜਪਾਂ, ਉਹ ਮੈਨੂੰ ਕਦੀ ਵਿਸਰੇ ਨਾ। ਇਹੋ ਜਿਹਾ ਕੋਈ ਸੰਤ ਭਗਤ ਮਿਲ ਜਾਵੇ, ਕਿਤੇ ਮੇਲ ਹੋ ਜਾਵੇ, ਫਿਰ ਮੇਰੀ ਇੱਕੋ ਹੀ ਮੰਗ ਹੈ ਕਿ ਮੈਂ ਸੋ ਦਿਨ ਰਾਤ ਇਹਨਾਂ ਦੀ ਸੇਵਾ ਕਰਾਂ ਅਤੇ ਕਦੀ ਇਹਨਾਂ ਤੋਂ ਦੂਰ ਨਾ ਹੋਵਾਂ। ਕਿਉਂ? ਕਿਉਂਕਿ ਸੋ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਜੇ ਇਹੋ ਜਿਹਾ ਕੋਈ ਪੂਰਨ ਪੁਰਖ ਪ੍ਰਾਪਤ ਹੋਵੇ, ਕਦੇ ਨਾ ਵਿਸਾਰੀ ਅਨ ਦਿਨ ਸਮਾਰੀ, ਜਾ ਨਾਮ ਲਈ ਤਾਂ ਜੀਵਾ। ਅਵਸਥਾ ਹੁਣ ਇਹ ਬਣ ਗਈ ਆ, ਉਹ ਨਹੀਂ ਕਦੀ ਵਿਸਰਦਾ, ਕਦੀ ਵੀ ਨਹੀਂ, ਨਾ ਦਿਨ ਨਾ ਰਾਤ, ਹਰ ਵਕਤ ਉਹ ਚਿੱਤ ਵਿੱਚ ਹੈ। ਮੇਰਾ ਜੀਵਨ ਹੀ ਐਸਾ ਬਣ ਗਿਆ ਹੈ ਵੀ ਨਾਮ ਮੈਂ ਜਪਦਾ ਤਾਂ ਜ਼ਿੰਦਗੀ ਹੈ, ਸਾਹ ਆਉਂਦਾ, ਜੇ ਨਹੀਂ ਨਾਮ ਜਪਦਾ ਤਾਂ ਸਾਹ ਹੀ ਬੰਦ ਹੋ ਜਾਂਦਾ। ਸੋ ਇਸ ਕਰਕੇ ਨਾਮ ਹੀ ਮੇਰੀ ਜ਼ਿੰਦਗੀ, ਨਾਮ ਹੀ ਮੇਰਾ ਜੀਵਨ ਹੈ। ਸ਼ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ, ਗੁਰਮੁਖ ਅੰਮ੍ਰਿਤ ਪੀਵਾ। ਜਿੰਨਾ ਚਿਕਰ ਮੈਂ ਬਾਣੀ ਨੂੰ ਇਹਨਾਂ ਕੰਨਾਂ ਦੇ ਨਾਲ ਸੁਣ ਨਹੀਂ ਲੈਂਦਾ, ਉਨਾ ਚਿਕਰ ਮਨ ਦੀ ਤ੍ਰਿਪਤੀ ਨਹੀਂ ਹੁੰਦੀ ਹੈ। ਹੁਣ ਮੈਂ ਬਾਣੀ ਦੇ ਵਿੱਚੋਂ ਅੰਮ੍ਰਿਤ ਪੀਨਾ, ਗੁਰਮੁਖ, ਇਹ ਗੁਰੂ ਦੀ ਕਿਰਪਾ ਹੋਈ ਹੈ। ਗੁਰਮੁਖ ਉਹਨੂੰ ਕਿਹਾ ਜਾਂਦਾ ਜਿਹਦੇ ਕੋਲ ਗੁਰੂ ਦੀ ਮੱਤ ਹੈ। ਸੋ ਗੁਰੂ ਦੀ ਮੱਤ ਉਹਨੂੰ ਆਉਂਦੀ ਹੈ ਜਿਹੜਾ ਆਪਣੀ ਮੱਤ ਦਾ ਤਿਆਗ ਕਰਦਾ। ਜਿੰਨਾ ਚਿਕਰ ਮੇਰੇ ਕੋਲ ਮੇਰੀ ਮੱਤ ਸੀ, ਉਨਾ ਚਿਕਰ ਬਾਣੀ 'ਚੋਂ ਅੰਮ੍ਰਿਤ ਨਹੀਂ ਸੀ ਪੀ ਰਿਹਾ ਮੈਂ। ਜਦੋਂ ਮੈਂ ਆਪਣੀ ਮੱਤ ਦਾ ਤਿਆਗ ਕੀਤਾ, ਗੁਰੂ ਦੀ ਮੱਤ ਨੂੰ ਗ੍ਰਹਿਣ ਕੀਤਾ, ਹੁਣ ਮੈਂ ਬਾਣੀ ਦੇ ਵਿੱਚੋਂ ਅੰਮ੍ਰਿਤ ਪੀਂਦਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਉਹ ਜਦੋਂ ਮਿਹਰ ਦੀ ਨਿਗਾਹ ਕਰਦਾ ਅਕਾਲ ਪੁਰਖ, ਫਿਰ ਸਤਿਗੁਰੂ ਦੇ ਨਾਲ ਮੇਲ ਕਰਾਉਂਦਾ। ਆਨ ਦਿਨ ਵਿਵੇਕ ਬੁੱਧ ਵਿਚਰੈ, ਸਤਿਗੁਰੂ ਦੇ ਨਾਲ ਜਦੋਂ ਮਿਲੇ ਜੀਵਨ ਬਦਲ ਗਿਆ। ਹੁਣ ਦਿਨ ਹੋਵੇ ਰਾਤ ਹੋਵੇ, ਬੁੱਧੀ ਵਿਵੇਕ ਹੀ ਰਹਿੰਦੀ ਹੈ। ਵਿਵੇਕ ਬੁੱਧੀ ਮਤਲਬ ਬੁੱਧੀ ਨੂੰ ਮੈਲ ਨਹੀਂ ਲੱਗਦੀ, ਬੁੱਧੀ ਪਵਿੱਤਰ ਰਹਿੰਦੀ ਹੈ। ਜਿੱਥੇ ਮਰਜ਼ੀ ਚਲਾ ਜਾਵਾਂ ਬੁੱਧੀ ਨੇ ਚੰਗਾ ਹੀ ਸੋਚਣਾ। ਨਹੀਂ ਤਾਂ ਅੱਗੇ ਕੀ ਸੀ, ਜੇ ਚੰਗੀ ਜਗ੍ਹਾ ਇਹ ਜਾਂਦਾ ਬੁੱਧੀ ਚੰਗਾ ਸੋਚਦੀ ਹੈ, ਮਾੜੀ ਜਗ੍ਹਾ ਜਾਂਦਾ ਬੁੱਧੀ ਮਾੜਾ ਸੋਚਦੀ ਹੈ। ਅੱਗੇ ਅਵਸਥਾ ਸੀ, ਕਈਆਂ ਦੀ ਇੱਦੋਂ ਵੀ ਭੈੜੀ ਅਵਸਥਾ ਹੋ ਜਾਂਦੀ ਹੈ। ਉਹ ਜਿੱਦਾਂ ਦੀ ਮਰਜ਼ੀ ਚੰਗੀ ਤੋਂ ਚੰਗੀ ਜਗ੍ਹਾ ਚਲੇ ਜਾਣ। ਹੁਣ ਜਿਹੜਾ ਸਤਸੰਗ ਹੈ, ਸੱਤ ਜਿੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਇਹਦੇ ਨਾਲੋਂ ਚੰਗੀ ਜਗ੍ਹਾ ਕਿਹੜੀ ਹੋ ਸਕਦੀ ਹੈ? ਸਭ ਤੋਂ ਉੱਤਮ ਸਰਵ ਸ੍ਰੇਸ਼ਟ ਜਗ੍ਹਾ ਮੰਨੀ ਜਾਂਦੀ ਹੈ ਸਾਧ ਸੰਗਤ, ਤੀਰਥ ਮੰਨਿਆ ਜਾਂਦਾ ਹੈ। ਪਰ ਐਸੀ ਮੰਦ ਬੁੱਧੀ ਦੇ ਮਾਲਕ ਹੁੰਦੇ ਨੇ, ਭੈੜੀ ਬੁੱਧੀ ਦੇ ਮਾਲਕ ਹੁੰਦੇ ਨੇ, ਇੱਥੇ ਆਣ ਕੇ ਵੀ ਮਾੜੀ ਹੀ ਸੋਚ, ਐਸੇ ਹੁੰਦੇ ਨੇ। ਪਰ ਹੁਣ ਕਿਰਪਾ ਹੋ ਗਈ, ਮੈਂ ਜਿੱਥੇ ਜਾਂਦਾ ਆਨ ਦਿਨ ਵਿਵੇਕ ਬੁੱਧ ਵਿਚਰੈ, ਬਸ ਪਵਿੱਤਰਤਾਈ ਵਾਲੀ ਬੁੱਧ ਦੇ ਨਾਲ ਹੀ ਮੈਂ ਵਿਚਰਦਾ। ਮਾੜੇ 'ਚੋਂ ਵੀ ਚੰਗਾ ਦਿਸਣ ਲੱਗ ਪਿਆ ਹੁਣ ਤਾਂ। ਕਹਿੰਦੇ ਅੰਦਰ ਸਾਚਾ ਨੇਹ ਪੂਰੇ ਸਤਿਗੁਰੈ, ਮੇਰੇ ਅੰਦਰੋਂ ਹੁਣ ਸੱਚਾ ਪਿਆਰ ਪੈਦਾ ਹੋ ਗਿਆ। ਪੂਰਾ ਸਤਿਗੁਰ ਹੈ, ਇਹ ਪੂਰੇ ਸਤਿਗੁਰੂ ਨੇ ਪਾਇਆ, ਪੂਰੇ ਸਤਿਗੁਰਾਂ ਦੀ ਕਿਰਪਾ ਹੋਈ ਹੈ। ਪੂਰੇ ਸਤਿਗੁਰਾਂ ਨੇ ਮੈਨੂੰ ਇਹ ਗਿਆਨ ਬਖਸ਼ਿਸ਼ ਕਰ ਦਿੱਤਾ ਹੈ। ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸਿਆ ਵੇ ਜੀਓ। ਬੜੇ ਚੰਗੇ ਭਾਗ ਹੁੰਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਸੱਤ ਵਿਚਾਰਨ ਵਾਲੇ, ਸੱਤ ਦੇ ਪਿਆਰੇ ਸੰਗੀ ਮਿਲਦੇ ਨੇ। ਸਤ ਸੰਗਤ, ਜਿੱਥੇ ਕੇਵਲ ਤੇ ਕੇਵਲ ਸੱਤ ਦੀ ਵਿਚਾਰ ਹੁੰਦੀ ਹੈ, ਸੱਤ ਪੜ੍ਹਿਆ ਜਾਂਦਾ, ਸੱਤ ਸੁਣਿਆ ਜਾਂਦਾ, ਸੱਤ ਵਿਚਾਰਿਆ ਜਾਂਦਾ, ਉਹਨੂੰ ਸਤ ਸੰਗਤ ਕਿਹਾ ਜਾਂਦਾ। ਬਹੁਤ ਚੰਗੇ ਭਾਗ ਹੁਣ ਫਿਰ ਕਿਤੇ ਜਾ ਕੇ ਸਤ ਸੰਗਤ ਪ੍ਰਾਪਤ ਹੁੰਦੀ ਹੈ। ਜਿਹਨੂੰ ਸੰਗਤ ਮਿਲਦੀ ਹੈ ਸਤਿਪੁਰਖਾਂ ਦੀ, ਉਹਨਾਂ ਦੀ ਗੱਲ ਮਹਾਰਾਜ ਕਹਿੰਦੇ ਆ, ਕਹਿੰਦੇ ਫਿਰ ਉਹਨਾਂ ਨੂੰ ਹਰ ਰਸ ਆਵੇ ਜੀਓ। ਸਵਾਦ ਆਉਂਦਾ ਹੈ, ਨਾਮ ਦਾ ਸਵਾਦ ਆਉਂਦਾ, ਕਥਾ ਕੀਰਤਨ ਦਾ ਸਵਾਦ ਆਉਂਦਾ। ਸੋ ਸਤ ਸੰਗਤ ਦੇ ਵਿੱਚ ਬੈਠਦੇ ਨੇ, ਜਦੋਂ ਕਥਾ ਕੀਰਤਨ ਸੁਣਦੇ ਨੇ, ਉਹਦਾ ਸਵਾਦ ਬਣਦਾ ਉਹਨਾਂ ਨੂੰ। ਆਨ ਦਿਨ ਰਹਿ ਲਿਵ ਲਾਏ, ਤਾਂ ਸਹਿਜ ਸਮਾਵ ਏ ਜੀਓ। ਉਹਨਾਂ ਦੀ ਫਿਰ ਬਾਣੀ ਦੇ ਵਿੱਚ ਲਿਵ ਲੱਗਣ ਲੱਗ ਪੈਂਦੀ ਹੈ। ਜਦੋਂ ਬਾਣੀ ਨੂੰ ਸੁਣਨਾ ਧਿਆਨ ਨਾਲ, ਲਿਵ ਕੀ ਸੁਰਤੀ ਦਾ ਜੁੜਨਾ, ਜਦੋਂ ਸੁਰਤੀ ਜੁੜਦੀ ਧਿਆਨ ਦੇ ਨਾਲ ਸੁਣਦੇ ਨੇ ਬਾਣੀ ਕੀ ਕਹਿੰਦੀ ਹੈ।
ਬਾਣੀ ਵਿੱਚ ਕੀ ਉਪਦੇਸ਼ ਹੈ। ਮਹਾਰਾਜ ਕਹਿੰਦੇ ਪੂਰੇ ਗੁਰੂ ਕਾ ਸੁਣੋ ਉਪਦੇਸ਼, ਬਸ ਸੁਣਨਾ ਹੀ ਨਹੀਂ ਆਉਂਦਾ ਸਾਨੂੰ। ਇਸੇ ਕਰਕੇ ਰੱਬ ਦੂਰ ਲੱਗਦਾ। ਜਦੋਂ ਪੂਰੇ ਗੁਰੂ ਦਾ ਉਪਦੇਸ਼ ਸੁਣਨ ਆ ਜਾਂਦਾ ਹੈ, ਮਹਾਰਾਜ ਕਹਿੰਦੇ ਪਾਰ ਬ੍ਰਹਮ ਨਿਕਟ ਕਰ ਪੇਖ। ਸੋ ਰੱਬ ਦੂਰ ਲੱਗਦਾ ਸੀ। ਉਹਦਾ ਕਾਰਨ ਇਹੋ ਸੀ, ਮੇਰੇ ਕੋਲ ਇਹ ਬਾਣੀ ਸੁਣੀ ਨਹੀਂ ਸੀ ਜਾਂਦੀ। ਜੇ ਸੁਣਦਾ ਸੀ ਤਾਂ ਉਹਦੀ ਵਿਚਾਰ ਨਹੀਂ ਸੀ, ਸੁਰਤੀ ਨਹੀਂ ਸੀ। ਸੁਰਤ ਲੱਗ ਜਾਵੇ ਨਾ, ਵਿਚਾਰ ਆਪਣੇ ਆਪ ਹੋ ਜਾਂਦੀ ਹੈ। ਬਾਣੀ ਦੀ ਵਿਚਾਰ ਇਹ ਨਹੀਂ ਵੀ ਬਹੁਤ ਵਿਦਵਾਨ ਗਿਆਨੀ ਹੀ ਕਰ ਸਕਦੇ ਆ। ਗੁਜ਼ਾਰੇ ਜੋਗੀ ਵਿਚਾਰ ਤਾਂ ਸਧਾਰਨ ਮਨੁੱਖ ਹੀ ਆਪਣੇ ਜੋਗੀ ਵਿਚਾਰ ਲੈ ਲੈਂਦਾ ਵਿੱਚੋਂ। ਸੋ ਆਪਣੇ ਜੋਗੀ ਵਿਚਾਰ ਮਿਲ ਜਾਂਦੀ ਹੈ। ਮਹਾਰਾਜ ਕੀ ਕਹਿ ਰਹੇ ਨੇ ਮੈਨੂੰ ਪਤਾ ਲੱਗ ਜਾਂਦਾ। ਇੰਨੀ ਕਿਰਪਾ ਕਰ ਦਿੰਦੇ ਨੇ ਸੱਚੇ ਪਾਤਸ਼ਾਹ। ਫੇਰ ਲੱਗਦੀ ਹੈ ਲਿਵ। ਮਹਾਰਾਜ ਕਹਿੰਦੇ ਫਿਰ ਹੁਣ ਕਿਰਪਾ ਹੋ ਗਈ ਹੈ, ਲਿਵ ਲੱਗੀ ਤਾਂ ਹੁਣ ਸਹਿਜ ਸਮਾਵੇ ਜੀਓ। ਹੁਣ ਬਾਣੀ ਦੇ ਵਿੱਚ ਹੀ ਸਮਾ ਜਾਂਦਾ। ਮਤਲਬ ਮੰਤਰ ਮੁਗਧ ਹੋ ਜਾਂਦਾ। ਮੰਤਰ ਮੁਗਧ, ਪਤਾ ਹੀ ਨਹੀਂ ਰਹਿੰਦਾ ਟਾਈਮ ਦਾ, ਪਤਾ ਨਹੀਂ ਰਹਿੰਦਾ ਵੀ ਅੱਜ ਹੋਰ ਕੀ ਕੰਮ ਕਰਨਾ ਸੀਗਾ। ਜਿੱਦਾਂ ਸੈਣ ਨਾਈ ਦੇ ਨਾਲ ਹੋਇਆ ਸੀਗਾ, ਉਹ ਇੱਦਾਂ ਹੀ ਸਤਸੰਗ ਵਿੱਚ ਸਮਾਇਆ ਹੋਇਆ ਸੀਗਾ। ਪਤਾ ਹੀ ਨਹੀਂ ਰਿਹਾ ਵੀ ਮੈਂ ਡਿਊਟੀ 'ਤੇ ਵੀ ਜਾਣਾ, ਜਾ ਕੇ ਰਾਜੇ ਦੀ ਸੇਵਾ ਕਰਨੀ। ਬਸ ਉਹੀ ਰਾਤ ਉਹਦਾ ਟਰਨਿੰਗ ਪੁਆਇੰਟ ਸੀਗਾ। ਉਸ ਸਤਸੰਗ ਦੇ ਵਿੱਚ ਹੀ ਉਹਨੂੰ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਜਿੰਨਾ ਚਿਕਰ ਸਹਿਜ ਦੇ ਵਿੱਚ ਸਮਾਈ ਨਹੀਂ ਹੈ ਤੇ ਉਨਾ ਚਿਕਰ ਪ੍ਰਮਾਤਮਾ ਦੇ ਮਨ ਨੂੰ ਇਹ ਭਾਵੇਗਾ ਨਹੀਂ। ਸਹਿਜ ਦੇ ਵਿੱਚ ਮੰਨ ਲਓ ਸਹਿਜ ਬਣ ਜਾਵੇ, ਉਹਦੇ ਵਿੱਚ ਟਿਕਾ। ਸਹਿਜ ਬਣਦਾ ਬਹੁਤ ਵਾਰੀ ਹੈ, ਸਹਿਜ ਵਿੱਚ ਟਿਕਾ ਨਹੀਂ ਹੁੰਦਾ। ਸਹਿਜ ਦੇ ਵਿੱਚ ਟਿਕਾ ਨਹੀਂ ਹੁੰਦਾ ਤੇ ਬਣਦਾ ਬੜੀ ਵਾਰੀ। ਜਿਹੜੇ ਜਾਗੇ ਹੋਏ ਨੇ, ਜਗਿਆਸੂ ਨੇ ਜਿਹੜੇ, ਉਹਨਾਂ ਦਾ ਕਿੰਨੀ ਵਾਰੀ ਸਹਿਜ ਬਣ ਜਾਂਦਾ, ਪਰ ਟਿਕਾ ਨਹੀਂ ਬਣਦਾ। ਸਹਿਜ ਵਿੱਚ ਟਿਕਾ ਚਾਹੀਦਾ। ਜੇ ਤਾਂ ਸਤਸੰਗ ਵਿੱਚ ਹੈ ਸਹਿਜ ਆ, ਘਰ ਚੱਲ ਗਿਆ ਫੇਰ। ਸੋ ਬਾਜ਼ਾਰ ਵਿੱਚ ਘੁੰਮਦੇ ਆ, ਇੱਧਰ ਉੱਧਰ ਜਾਂਦੇ ਆ, ਉਦੋਂ ਟਿਕਾ ਨਹੀਂ ਰਹਿੰਦਾ, ਉਦੋਂ ਸਹਿਜ ਨਹੀਂ ਰਹਿੰਦਾ। ਜੇ ਸਹਿਜ ਵਿੱਚ ਟਿਕਾ ਬਣ ਜਾਵੇ, ਜਿੱਥੇ ਮਰਜ਼ੀ ਵਿਚਰਨ, ਕੋਈ ਪਰਵਾਹ ਨਹੀਂ ਹੁੰਦੀ। ਕਹਿੰਦੇ ਸਹਿਜ ਸਮਾਵੈ ਤਾਂ ਹਰ ਮਨ ਭਾਵੈ। ਜਿਹੜੇ ਟਿਕੇ ਹੋਏ ਹੁੰਦੇ ਨੇ ਸਹਿਜ ਵਿੱਚ, ਉਹ ਹਰੀ ਦੇ ਮਨ ਨੂੰ ਬੜੇ ਪਾਉਂਦੇ ਨੇ। ਫਿਰ ਸਦਾ ਅਤੀਤ ਬੈਰਾਗੀ, ਉਹ ਹਮੇਸ਼ਾ ਹਮੇਸ਼ਾ ਲਈ ਮਾਇਆ ਦੇ ਤਿਆਗੀ ਹੋ ਜਾਂਦੇ ਨੇ, ਮੋਹ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਨੂੰ ਮਾਇਆ ਕਦੀ ਤੰਗ ਨਹੀਂ ਕਰਦੀ, ਉਹ ਕਦੀ ਮੋਹ ਦੇ ਵਿੱਚ ਖੱਚਿਤ ਨਹੀਂ ਹੁੰਦੇ ਹਨ। ਕਹਿੰਦੇ ਹਲਤ ਪਲਤ ਸ਼ੋਭਾ ਜਗ ਅੰਤਰ। ਇਸ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਰਹਿੰਦੀ ਹੈ। ਰਾਮ ਨਾਮ ਲਿਵ ਲਾਗੀ। ਕਾਰਨ ਕੀ? ਕਹਿੰਦੇ ਲਿਵ ਜੋ ਲੱਗਦੀ ਹੈ। ਕਹਿੰਦੇ ਲਿਵ ਲੱਗ ਜਾਂਦੀ ਹੈ ਨਾ। ਹੁਣ ਜਿਨ੍ਹਾਂ ਦੀ ਲਿਵ ਲੱਗਣੀ ਸ਼ੁਰੂ ਹੋ ਜਾਂਦੀ ਹੈ, ਇੱਥੇ ਵੀ ਮਾਣ ਸਤਿਕਾਰ, ਪਰਲੋਕ ਦੇ ਅੰਦਰ ਉਹਨਾਂ ਦੀ ਜੈ ਜੈਕਾਰ। ਹਰ ਖਸੋਗ ਦੁਹਾਂ ਤੇ ਮੁਕਦਾ, ਜੋ ਪ੍ਰਭ ਕਰੇ ਸੋ ਭਾਵ ਇਹ। ਫਿਰ ਜਿਹੜਾ ਅਤੀਤ ਬੈਰਾਗੀ ਬਣ ਗਿਆ ਨਾ, ਉਹ ਹਰਖ ਸੋਗ ਦੋਨਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਪਰਮਾਤਮਾ ਜੋ ਵੀ ਕਰਦਾ ਉਹਨੂੰ ਚੰਗਾ ਲੱਗਦਾ। ਕਹਿੰਦਾ ਤੇਰਾ ਕੀਆ ਮੀਠਾ ਲੱਗਾ। ਮੇਰੀ ਡਿਮਾਂਡ ਹੀ ਕੋਈ ਨਹੀਂ। ਹਰਿਨਾਮ ਪਦਾਰਥ ਨਾਨਕ ਮੰਗ। ਮੈਂ ਸੁੱਖ ਨਹੀਂ ਮੰਗਦਾ, ਦੁੱਖ ਛੱਡ ਮੰਗੀਏ ਸੁੱਖ ਨਹੀਂ। ਇਹ ਦੁੱਖ ਤਾਂ ਮੇਰੇ ਲਈ ਦਾਰੂ ਬਣ ਗਿਆ। ਬਾਕੀ ਜਿਵੇਂ ਤੈਨੂੰ ਪਾਉਂਦਾ ਤੂੰ ਕਰ, ਮੈਨੂੰ ਤਾਂ ਉਹੀ ਚੰਗਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਹੈ। ਜੇ ਤੇਰੀ ਮੱਤ ਅਧੂਰੀ ਹੋਵੇ ਤਾਂ ਮੈਂ ਕਹਾਂ ਕੋਈ ਪੂਰੀ ਮੱਤ ਵਾਲਾ ਤੂੰ। ਪੂਰੀ ਮੱਤ ਵਾਲਾ, ਪੂਰੀ ਮੱਤ ਨਾਲ ਸਾਰੇ ਕੰਮ ਕਰਦਾ, ਅਤੇ ਮੈਂ ਥੋੜ੍ਹੀ ਮੱਤ ਵਾਲਾ, ਮੈਂ ਥੋੜ੍ਹੀ ਤੈਨੂੰ ਕੋਈ ਸਲਾਹ ਦੇ ਸਕਦਾ ਹਾਂ। ਸੋ ਇੰਝ ਜੋ ਰੱਬ ਕਰਦਾ ਉਹਨੂੰ ਫਿਰ ਚੰਗਾ ਲੱਗਦਾ। ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਆ। ਵੱਡਿਆਂ ਭਾਗਾਂ ਦੇ ਨਾਲ ਸੰਗਤ ਪ੍ਰਾਪਤ ਹੁੰਦੀ ਹੈ। ਜਿਹਨੂੰ ਫਿਰ ਸਤਸੰਗੀਆਂ ਦੀ ਸੰਗਤ ਮਿਲਦੀ ਹੈ, ਜਿਹਦੇ ਭਾਗ ਜਾਗ ਜਾਂਦੇ ਨੇ, ਉਹਨਾਂ ਨੂੰ ਹਰੀ ਦੇ ਰਸ ਦਾ, ਹਰੀ ਦਾ ਰਸ ਆਉਂਦਾ, ਸਵਾਦ ਆਉਂਦਾ। ਦੂਜੈ ਪਾਏ ਦੁੱਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਜਿਹੜੇ ਦੂਜੈ ਪਾਏ, ਭਾਏ ਕੀ ਹੁੰਦਾ? ਪਿਆਰ। ਦੂਜਾ ਕੀ ਹੈ? ਮਾਇਆ। ਮਾਇਆ ਕੀ ਹੈ? ਸੰਸਾਰ। ਜਿਹੜਾ ਸੰਸਾਰ ਦੇ ਨਾਲ ਪਿਆਰ ਪਾਉਂਦਾ ਹੈ, ਉਹਨੂੰ ਮਨਮੁਖ ਕਹਿ ਦਿੱਤਾ ਹੈ।
ਤੇ ਜਿਹੜਾ ਜਮ ਹੈ ਜੋਹਿਆ ਜੀ ਉਹਨੂੰ ਬਹੁਤ ਹੀ ਪੈਨੀ ਨਿਗਾਹ ਦੇ ਨਾਲ ਵੇਖਦਾ, ਗਹਿਰੀ ਨਿਗਾਹ ਦੇ ਨਾਲ ਦੇਖਦਾ। ਸੋ ਵੀ ਇਹ ਹੈ ਨਾ ਮੇਰੀ ਨਿਗਾਹ 'ਚ ਗਹਿਣਾ ਹੁਣ, ਬਸ ਜਦੋਂ ਇਹਦੇ ਸਵਾਸ ਪੂਰੇ ਹੋ ਗਏ ਉਸੇ ਵਕਤ ਨੂੰ ਨੱਪ ਲੈਣਾ, ਇਹਨੂੰ ਹਿੱਲਣ ਨਹੀਂ ਦੇਣਾ। ਬੜੀ ਪੈਨੀ ਨਿਗਾਹ ਹੁੰਦੀ ਉਹਦੀ ਜੰਮ ਦੀ। ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜਿਉ। ਪੇ ਦਿਨ ਰਾਤ ਹਾਏ ਹਾਏ ਕਰਦਾ, ਮਾਇਆ ਦੇ ਨਾਲ ਮੋਹਿਆ ਹੋਇਆ, ਇਸ ਕਰਕੇ ਦੁਖੀ ਹੈ। ਅੱਜ ਮਾਇਆ ਤੋਂ ਮੋਹ ਤੋਂ ਉਪਰਾਮ ਹੋ ਜਾਵੇ, ਦੁੱਖ ਇਹਦਾ ਖਹਿੜਾ ਛੱਡ ਦੇਣਾ। ਹਾਏ ਹਾਏ ਕਰੀ ਜਾਊ, ਪਰ ਮਾਇਆ ਦਾ ਜਿਹੜਾ ਮੋਹ ਹੈ ਉਹ ਨਹੀਂ ਤਿਆਗਦਾ, ਦੁਖੀ ਹੁੰਦਾ ਰਹਿੰਦਾ। ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ। ਮਾਇਆ ਦਾ ਮੋਹਿਆ ਹੋਇਆ ਦੁਖੀ ਹੁੰਦਾ, ਹਉਮੈ ਦੇ ਵਿੱਚ ਗੁੱਸੇ ਦੇ ਵਿੱਚ ਰਹਿੰਦਾ ਹਰ ਵਕਤ, ਅਤੇ ਮੇਰੀ ਮੇਰੀ ਕਰਤ ਭਾਵੇ, ਮੇਰੀ ਮੇਰੀ ਮੈਂ ਮੇਰੀ, ਬਸ ਇੰਝ ਹੀ ਸਾਰੀ ਉਮਰ ਨਿਕਲ ਜਾਂਦੀ ਹੈ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਰੱਬ ਜਿਹੜਾ ਸਭ ਕੁਝ ਦੇਣੇ ਵਾਲਾ ਜੀ, ਔਰ ਸਭਨਾਂ ਨੂੰ ਦਾਤਾਂ ਦੇਣੇ ਵਾਲਾ, ਅਤੇ ਉਹਨੂੰ ਚੇਤੇ ਨਹੀਂ ਕਦੀ ਕਰਦਾ, ਇੱਦਾਂ ਹੀ ਉਮਰ ਨਿਕਲ ਜਾਂਦੀ ਹੈ। ਹੁਣ ਅੰਤ ਸਮਾਂ ਆ ਜਾਂਦਾ, ਆਖਰਕਾਰ ਕੰਧ 'ਤੇ ਕਿੰਨਾ ਕੁ ਚਿਰ ਬੰਦਾ ਦੌੜ ਸਕਦਾ? ਕੰਧ ਦਾ ਓੜਕ ਤਾਂ ਆਉਂਦਾ ਹੀ ਆ ਨਾ, ਕੰਧ ਦਾ ਆਖਰੀ ਸਿਰਾ ਤਾਂ ਆਉਂਦਾ ਹੀ ਆ। ਹੁਣ ਕੰਧ ਦਾ ਆਖਰੀ ਸਿਰਾ ਆ ਗਿਆ, ਕੰਧ ਕੀ ਸਰੀਰ ਹੈ ਨਾ, ਇਹਦਾ ਆਖਰੀ ਪੜਾਅ ਆ ਗਿਆ। ਹੁਣ ਵਡੇਪਾ ਆ ਗਿਆ, ਆਖਰੀ ਪੜਾਅ ਆ ਗਿਆ, ਅਤੇ ਮੌਤ ਆ ਸਾਹਮਣੇ। ਜਦੋਂ ਮਰਨ ਲੱਗਦਾ ਪੱਲੇ ਹੁੰਦਾ ਕੱਖ ਨਹੀਂ, ਜਿੱਥੇ ਟਾਈਮ ਸਾਰਾ ਲਾ ਦਿੱਤਾ ਉਹ ਨਾਲ ਨਹੀਂ ਲੈ ਕੇ ਜਾ ਸਕਦਾ ਕੋਈ। ਮਹਿਲ ਮਾੜੀਆਂ, ਹਾਂਜੀ, ਧਨ ਦੌਲਤ ਪਰਿਵਾਰ, ਦੱਸੋ ਕਿਹੜਾ ਨਾਲ ਜਾਂਦਾ? ਕੋਈ ਨਾਲ ਨਹੀਂ ਜਾਂਦਾ। ਫਿਰ ਬੜਾ ਪਛਤਾਉਂਦਾ ਹੈ। ਬਿਨ ਨਾਵੈ ਕੋ ਸਾਥ ਨਾ ਚਾਲੈ, ਨਾਮ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਜਾਂਦਾ। ਪੁੱਤਰ ਕਲਤਰ ਮਾਇਆ ਧੋਹਿਆ, ਧੋਖਾ ਦੇਤਾ, ਸੋ ਧੋਖਾ ਦੇਤਾ ਔਲਾਦ ਨੇ, ਕਲਤਰ ਔਰਤ ਨੇ, ਸਾਰੇ ਪਰਿਵਾਰ ਨੇ ਧੋਖਾ ਦੇਤਾ। ਭਾਵ ਜਦੋਂ ਤੁਰਨ ਲੱਗਾ ਰੋ ਕੇ ਦਿਖਾਲ ਤਾਂ ਨਾਲ ਨਹੀਂ ਕੋਈ ਜਾ ਸਕਦਾ। ਰੋਂਦੇ ਤਾਂ ਸਾਰੇ ਹੀ ਨੇ, ਰੋਂਦੇ ਸਾਰੇ ਨੇ, ਨਾਲ ਕਿਉਂ ਨਹੀਂ ਜਾਂਦੇ? ਵੀ ਭਾਈ ਉਹਨਾਂ ਦੇ ਪੱਲੇ ਹੀ ਕੱਖ ਨਹੀਂ, ਬੇਵੱਸ ਨੇ, ਪਤਾ ਨਹੀਂ ਮਾਰਗ ਕਿਹੜਾ। ਪਤਾ ਤਾਂ ਧਰਤੀ ਦੇ ਉੱਤੇ, ਧਰਤੀ 'ਤੇ ਮਾਰਗ ਦੇਖਦੇ ਨੇ, ਧਰਤੀ 'ਤੇ ਮਾਰਗ ਆ ਨਾ। ਇਹ ਹੁਣ ਚੱਲਿਆ ਜਿੱਥੇ ਧਰਤੀ ਨਹੀਂ ਹੈ, ਉਹ ਮਾਰਗ ਹੀ ਸਾਰਾ ਆਕਾਸ਼ ਦਾ। ਰੱਬ ਨੇ ਸੁਰਤਤਾ ਦੇ ਦਿੱਤੀ ਇਸ ਨੂੰ, ਆਕਾਸ਼ ਵਿੱਚ ਬੜਿਆਂ ਦੇ ਮਾਰਗ ਨੇ, ਜਿੰਨੇ ਪਕਸ਼ੀ ਨੇ ਸਾਰਿਆਂ ਦੇ ਆਕਾਸ਼ ਵਿੱਚ ਹੀ ਮਾਰਗ ਨੇ, ਜਿੰਨੀਆਂ ਦੈਵ ਰੂਹਾਂ ਨੇ ਸਾਰਿਆਂ ਦੇ ਆਕਾਸ਼ ਦੇ ਮਾਰਗ ਨੇ ਇਹਨਾਂ ਦੇ। ਇਹਨਾਂ ਨੂੰ ਚੱਲਣ ਵਾਸਤੇ ਧਰਤੀ ਥੋੜ੍ਹੀ ਚਾਹੀਦੀ ਹੈ। ਸੁਰਤੀ ਦਾ ਆਕਾਸ਼ ਦਾ ਹੀ ਮਾਰਗ ਹੈ, ਉਹਨੂੰ ਚੱਲਣ ਵਾਸਤੇ ਧਰਤੀ ਥੋੜ੍ਹੀ ਚਾਹੀਦੀ ਹੈ। ਸੁਰਤੀ ਹੈ ਨਹੀਂ ਤੇ ਕਿਵੇਂ ਉਹਦਾ ਸਾਥ ਦੇ ਸਕਦੇ ਆ? ਸੁਰਤੀ ਵਾਲਾ ਕੋ ਦੇ ਦੂ ਤਾਂ ਦੇ ਦੂ, ਸੁਰਤੀ ਵਾਲੇ ਤੋਂ ਬਿਨਾਂ ਜਿਹੜੀ ਸੁਰਤੀ ਨਹੀਂ ਉਹ ਨਹੀਂ ਸਾਥ ਦੇ ਸਕਦਾ, ਸੁਰਤੀ ਵਾਲਾ ਸਾਥ ਦੇ ਸਕਦਾ ਹੈ। ਹੁਣ ਸੁਰਤੀ ਹੈ ਕਿਸੇ ਦੀ ਨਹੀਂ, ਸੋ ਸਾਰਿਆਂ ਦੀ ਜਿਹੜੀ ਸੁਰਤ ਹੈ ਉਹ ਤਾਂ ਸੋ ਸੰਸਾਰ ਦੇ ਨਾਲ ਜੁੜੀ ਹੋਈ ਆ। ਜਿਹਦੀ ਸੁਰਤ ਸੰਸਾਰ ਨਾਲ ਜੁੜ ਗਈ, ਸੁਰਤ ਹੌਲੀ ਨਹੀਂ ਹੁੰਦੀ, ਉਹ ਭਾਰੀ ਹੁੰਦੀ ਹੈ। ਸੋ ਆਕਾਸ਼ ਦੇ ਮਾਰਗ 'ਤੇ ਹੌਲਾ ਹੀ ਚੱਲਦਾ ਹੁੰਦਾ, ਭਾਰਾ ਨਹੀਂ ਚੱਲਦਾ ਹੁੰਦਾ। ਉਹ ਸਮਾਂ ਆ ਗਿਆ ਇਕੱਲੇ ਨੂੰ ਜਾਣਾ ਪਿਆ, ਕੋਈ ਨਹੀਂ ਇਹਦੇ ਨਾਲ ਜਾ ਸਕਿਆ। ਕਹਿੰਦੇ ਦੂਜੈ ਪਾਏ ਦੁੱਖ ਹੋਏ, ਮਨ ਮੁਖ ਜੋ ਮਜੋਹਿਆ ਜੀ। ਸੰਸਾਰ ਦੇ ਨਾਲ ਪਿਆਰ ਪਾ ਛੱਡਿਆ, ਜਮਾ ਨੇ ਇਹਨੂੰ ਬਹੁਤ ਪਹਿਨੀ ਨਿਗਾਹ ਦੇ ਵਿੱਚ ਰੱਖਿਆ, ਅਤੇ ਜਦੋਂ ਆਖਰੀ ਸਮਾਂ ਆ ਗਿਆ ਅਤੇ ਬਸ ਉਸੇ ਵੇਲੇ ਉਹਨੂੰ ਪਕੜ ਲਿਆ, ਫੜ ਕੇ ਲੈ ਗਿਆ। ਇਹ ਕੁਝ ਨਹੀਂ ਕਰ ਸਕਿਆ। ਕਰ ਕਿਰਪਾ ਲਿਓ ਮਿਲਾਏ, ਉਹ ਕਿਰਪਾ ਜਦੋਂ ਕਰਦਾ ਨਾ, ਆਖਰੀ ਪਦੇ ਦੇ ਵਿੱਚ ਬੇਨਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਬੜਾ ਔਖਾ ਮਾਰਗ ਹੈ, ਬੰਦਗੀ ਕਰਨੀ ਬੜੀ ਔਖੀ ਹੈ। ਇਸ ਸੰਸਾਰ ਦੇ ਵਿੱਚੋਂ ਖਹਿੜਾ ਛਡਾਉਣਾ, ਜੰਮਣ ਮਰਨ ਤੋਂ ਮੁਕਤ ਹੋਣਾ, 84 ਦੇ ਗੇੜ ਦੇ ਵਿੱਚੋਂ ਨਿਕਲ ਜਾਣਾ ਬੜਾ ਔਖਾ ਹੈ। ਤੂੰ ਕਿਰਪਾ ਕਰ,
ਕਰ ਕਿਰਪਾ ਜਿੱਤੇ ਉਹ ਕਿਰਪਾ ਕਰਦਾ, ਰਾਰੇ ਨੂੰ ਹੁਸ਼ਿਆਰੀ ਕਰੀ ਕਿਰਪਾ ਜਿਹਦੇ ਤੇ ਉਹਨੇ ਕਿਰਪਾ ਕਰ ਦਿੱਤੀ। ਲਿਹੋ ਮਿਲਾਏ ਉਹਨੂੰ ਆਪਣੇ ਨਾਲ ਉਹ ਮੇਲ ਲੈਂਦਾ ਹੈ। ਮਹਿਲ ਹਰ ਪਾਇਆ ਜੀ ਉਹਨੂੰ ਸਰੂਪ ਰੂਪ ਮਹਿਲ ਮਿਲਦਾ। ਜਿਹੜਾ ਰੱਬ ਦੇ ਨਾਲ ਮਿਲਦਾ, ਜਿਹਦੀ ਸੱਚਖੰਡ ਵਿੱਚ ਐਂਟਰੀ ਹੈ, ਉਹਨੂੰ ਇਸ ਲੋਕ ਦੇ ਵਿੱਚ ਰਹਿੰਦਿਆਂ ਹੀ ਪਤਾ ਲੱਗਦਾ। ਟਿਕਟ ਇੱਥੋਂ ਹੀ ਮਿਲਦੀ ਹੈ, ਕਾਊਂਟਰ ਤਾਂ ਇਹੋ ਹੀ ਹੈ। ਉਹ ਹਿਰਦੇ ਘਰ ਵਿੱਚ ਬਹਿੰਦਾ। ਜਿਹੜਾ ਹਿਰਦੇ ਘਰ ਵਿੱਚ ਬਹਿ ਗਿਆ, ਸਮਝ ਲਓ ਸੱਚਖੰਡ ਵਿੱਚ ਪ੍ਰਵਾਨ ਹੈ। ਉਹ ਸੱਚਖੰਡ ਦੀ ਉਹਦੀ ਐਂਟਰੀ ਪੱਕੀ ਹੈ। ਸੋ ਅਨ ਦਿਨ ਦਿਨ ਰਾਤ ਉਸਦਾ ਫਿਰ ਨਾਮ ਚੱਲਦਾ, ਹਿਰਦੇ ਘਰ ਵਿੱਚ ਉਹ ਬਹਿੰਦਾ। ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀ, ਉਹ ਹਰ ਵਕਤ ਕਰ ਜੋੜ ਕੇ ਰੱਖਦਾ। ਪਰ ਮਨ ਅਤੇ ਚਿੱਤ ਉਸਦਾ ਜੁੜੇ ਰਹਿੰਦੇ ਨੇ। ਦਿਨ ਰਾਤ ਮਨ ਚਿੱਤ ਦਾ ਜੁੜਨ ਤੋਂ ਬਾਅਦ ਮਨ ਭੱਜਦਾ ਹੀ ਨਹੀਂ, ਕਿਸੇ ਪਾਸੇ ਨਹੀਂ ਮਨ ਜਾਂਦਾ। ਹੁਣ ਦੇਖਦਾ ਸੁਣਦਾ ਸਭ ਕੁਝ, ਅੱਗੇ ਤਾਂ ਭੱਜਦਾ ਬੜਾ ਸੀ, ਹੁਣ ਨਹੀਂ ਭੱਜਦਾ, ਹਰ ਵਕਤ ਜੁੜਿਆ ਰਹਿੰਦਾ। ਸੋ ਜਿਹੜਾ ਮਨ ਹਰ ਵਕਤ ਅੰਤਰਮੁਖ ਹੋ ਗਿਆ, ਚਿੱਤ ਦੇ ਨਾਲ ਜੁੜਿਆ ਰਹਿੰਦਾ, ਪ੍ਰਭ ਮਨ ਭਾਇਆ ਜੀਓ, ਪਰਮਾਤਮਾ ਪਰਮੇਸ਼ਰ ਨੂੰ ਉਹ ਮਨ ਪਾ ਗਿਆ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਜਿਹੜਾ ਪ੍ਰਭੂ ਪਰਮੇਸ਼ਰ ਦੇ ਮਨ ਨੂੰ ਭਾ ਗਿਆ, ਕਹਿੰਦੇ ਹੁਕਮ ਸਮਾਵੈ, ਉਹ ਹੁਕਮ ਦੇ ਵਿੱਚ ਸਮਾਉਂਦਾ। ਹੁਕਮ ਦੇ ਵਿੱਚ ਸਮਾਉਣ ਤੋਂ ਭਾਵ ਹੈ ਉਹਨੂੰ ਹੁਕਮ ਦੀ ਸੋਝੀ ਆ ਜਾਂਦੀ ਹੈ। ਜਿਹੜਾ ਪ੍ਰਮਾਤਮਾ ਦੇ ਹੁਕਮ ਨੂੰ ਬੁੱਝਦਾ ਆ, ਜਿਸ ਨੂੰ ਰੱਬੀ ਹੁਕਮ ਦੀ ਸੋਝੀ ਆਉਂਦੀ ਹੈ, ਮਹਾਰਾਜ ਕਹਿੰਦੇ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਕਹੋ ਨਾਨਕ ਜਿਨ ਹੁਕਮ ਪਛਾਤਾ। ਉਹਨੂੰ ਸਾਹਿਬ ਦਾ ਭੇਦ ਆ ਗਿਆ, ਉਹਨੂੰ ਰੱਬ ਦਾ ਭੇਦ ਆ ਗਿਆ। ਰਾਜੇ ਰਾਮ ਦੀ ਕਹਾਣੀ ਸਮਝ ਆ ਗਈ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਵੀ ਰਾਮ ਦੀ ਕਹਾਣੀ ਹੈ ਕੀ, ਜਿਹਦੇ ਵਿੱਚ ਕਦੀ ਦੁੱਖ ਹੈ ਕਦੀ ਸੁੱਖ ਹੈ, ਇਹ ਹੈ ਕੀ। ਫਿਰ ਪਤਾ ਲੱਗ ਜਾਂਦਾ ਇਹ ਖੇਡ ਹੈ। ਮਹਾਰਾਜ ਨੇ ਤਮਾਸ਼ਾ ਕਹਿ ਦਿੱਤਾ, ਦੇਖਣ ਆਇਓ ਜਗਤ ਤਮਾਸ਼ਾ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਖੇਡ ਕਿਹਾ, ਤਦੇ ਉਹਨੂੰ ਬਾਜੀਗਰ ਕਹਿ ਦਿੱਤਾ। ਕਹਿੰਦੇ ਭਾਈ ਉਹ ਬਾਜੀਗਰ, ਖੇਡ ਤਮਾਸ਼ਾ ਕਰਨੇ ਵਾਲਾ ਬਾਜੀਗਰ ਹੁੰਦਾ, ਉਹਦੀ ਸਾਰੀ ਖੇਡ ਹੈ, ਉਹਦੀ ਹੀ ਸਾਰੀ ਰਚਨਾ ਰਚੀ ਹੋਈ ਹੈ। ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ। ਹੁਕਮ ਵਿੱਚ ਕੌਣ ਸਮਾਉਂਦਾ? ਜਿਹੜਾ ਹੁਕਮ ਨੂੰ ਮੰਨਦਾ। ਹੁਕਮ 'ਚ ਸਮਾਉਣਾ ਕੀ ਹੈ? ਸੁੱਖ ਹੈ, ਦੁੱਖ ਹੀ ਨਹੀਂ ਹੈ। ਜੋ ਕਰਦਾ ਉਹਨੂੰ ਮੰਨ ਲਿਆ। ਅਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਥਿਆਇਆ। ਉਹਦਾ ਜੀਵਨ ਹੀ ਐਸਾ ਬਣ ਜਾਂਦਾ। ਹੁਣ ਸਾਹ ਲੈਂਦਾ ਬੰਦਾ, ਉਹ 'ਚ ਕਿਹੜੇ ਨੂੰ ਕੋਈ ਪ੍ਰੋਬਲਮ ਹੈ? ਸਾਹ ਆਟੋਮੈਟਿਕਲੀ ਆ ਰਿਹਾ, ਦਿਲ ਧੜਕਦਾ, ਕੋਈ ਯਤਨ ਨਹੀਂ ਕਰਦਾ, ਦਿਲ ਆਪਣੇ ਆਪ ਧੜਕਦਾ, ਨਬਜ਼ ਆਪਣੇ ਆਪ ਚੱਲ ਰਹੀ ਹੈ। ਇਹ ਆਪਣੇ ਬਾਡੀ ਦਾ ਜਿਹੜਾ ਸਿਸਟਮ ਹੈ। ਇਸੇ ਤਰ੍ਹਾਂ ਨਾਮ ਆਪਣੇ ਆਪ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ। ਜਿਹੜੇ ਸਹਿਜ ਵਿੱਚ ਸਮਾਉਂਦੇ ਨੇ, ਕੋਈ ਉਹਨਾਂ ਨੂੰ ਵਿਸ਼ੇਸ਼ ਯਤਨ ਨਹੀਂ ਕਰਨਾ ਪੈਂਦਾ ਹੈ। ਪਹਿਲੋਂ ਕਰਨੇ ਪਏ, ਪਹਿਲੋਂ ਗ੍ਰੰਥ ਵੀ ਪੜ੍ਹਨੇ ਪਏ, ਭਾਈ ਢੋਲਕੀ ਛੈਣੇ ਸਾਹ ਚੁੱਕਣੇ ਪਏ, ਸਭ ਕੁਛ ਕਰਨਾ ਪਿਆ। ਕਾਹਦੇ ਵਾਸਤੇ? ਇਹ ਜੋ ਕੁਛ ਕਾਹਦੇ ਵਾਸਤੇ? ਵੀ ਸਹਿਜ ਵਿੱਚ ਚਲੇ ਜਾਈਏ, ਨਾਮ ਚੱਲ ਪਵੇ ਅੰਦਰ। ਸੋ ਯਤਨ ਕਰਨੇ ਪਏ। ਅਤੇ ਜਦੋਂ ਕਿਰਪਾ ਹੋ ਗਈ, ਹੁਣ ਕੋਈ ਯਤਨ ਨਹੀਂ ਕਰਨਾ ਪੈਂਦਾ, ਸਭ ਕੁਛ ਆਪਣੇ ਆਪ। ਹਵਾ ਆਪਣੇ ਆਪ ਚੱਲਦੀ ਹੈ, ਨਦੀਆਂ ਆਪਣੇ ਆਪ ਚੱਲਦੀਆਂ ਨੇ। ਨਦੀਆਂ ਨੂੰ ਕੌਣ ਚਲਾਉਂਦਾ? ਆ ਬੱਦਲਾਂ ਨੂੰ ਕੌਣ ਉਡਾਉਂਦਾ? ਬੱਦਲਾਂ 'ਚ ਪਾਣੀ ਕੌਣ ਭਰਦਾ ਹੈ? ਇਹ ਸਭ ਕੁਛ ਆਪਣੇ ਆਪ ਹੋ ਰਿਹਾ। ਇਸੇ ਤਰ੍ਹਾਂ ਹੀ ਨਾਮ ਆਟੋਮੈਟਿਕਲੀ ਇਹਦੇ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ ਹੈ। ਪਹਿਲੋਂ ਯਤਨ ਸੀ, ਹੁਣ ਕੋਈ ਯਤਨ ਨਹੀਂ ਹੈ। ਹੁਣ ਸਹਿਜੇ ਹੀ ਨਾਮ ਜਿਹੜਾ ਉਹ ਚੱਲਦਾ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਸੋ ਨਾਮ ਜਦੋਂ ਹੁਣ ਚੰਗਾ ਲੱਗਦਾ ਹੈ ਨਾ, ਜਿਹੜੀ ਚੀਜ਼ ਚੰਗੀ ਲੱਗਦੀ ਹੈ ਅਤੇ ਕੁਦਰਤੀ ਗੱਲ ਹੈ ਉਹਨੂੰ ਬੜੇ ਧਿਆਨ ਦੇ ਨਾਲ ਹੀ ਲੈਂਦਾ। ਜਿਹੜੀ ਚੀਜ਼ ਦੇਖਣ ਨੂੰ ਚੰਗੀ ਲੱਗਦੀ ਧਿਆਨ ਨਾਲ ਵੇਖਦਾ, ਜਿਹੜੀ ਚੀਜ਼ ਸੁਣਨ ਨੂੰ ਚੰਗੀ ਲੱਗਦੀ ਧਿਆਨ ਦੇ ਨਾਲ ਸੁਣਦਾ। ਹੁਣ ਪ੍ਰਸ਼ਾਦਾ ਹੈ, ਭੋਜਨ ਹੈ, ਜੇ ਉਹ 'ਚ ਸਵਾਦ ਆ ਨਾ, ਬੜੇ ਧਿਆਨ ਦੇ ਨਾਲ ਛਕੇਗਾ, ਬਹੁਤ ਧਿਆਨ ਦੇ ਨਾਲ ਛਕਦਾ। ਸਵਾਦ ਆ ਰਿਹਾ, ਖਾਣ ਨੂੰ ਚੰਗਾ ਲੱਗਦਾ। ਸੋ ਜਿਹੜੀ ਚੀਜ਼ ਚੰਗੀ ਲੱਗਦੀ ਉਹਦੇ ਵਿੱਚ ਦਾ ਧਿਆਨ ਕੱਢਿਆ ਜਾਂਦਾ ਹੈ।
ਹੁਣ ਕਿਰਪਾ ਹੋ ਗਈ, ਹੁਣ ਬਾਣੀ 'ਚੋਂ ਰਸ ਬੜਾ ਆਉਂਦਾ ਹੈ ਅਤੇ ਸਾਰਾ ਧਿਆਨ ਗੁਰਬਾਣੀ ਦੇ ਵਿੱਚ ਹੁੰਦਾ ਹੈ। ਮਹਾਰਾਜ ਕਹਿੰਦੇ ਫੇਰ ਕੀ ਹੈ, ਇਹ ਨਾਮੋ ਨਾਮ ਮਿਲੀ ਵਡਿਆਈ, ਉਹ ਸਵਾਦ ਆਉਂਦਾ ਹੈ ਨਾ ਬਾਣੀ ਦੇ ਵਿੱਚੋਂ। ਨਾਨਕ ਨਾਮ ਮਨ ਭਾਵੇ, ਮਨ ਨੂੰ ਭਾਉਂਦੀ ਹੈ ਬਾਣੀ। ਫਿਰ ਇਸ ਨਾਮ ਕਰਕੇ ਹੀ ਨਾਮ ਜਪਣੇ ਵਾਲੇ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਔਰ ਇਹ ਵਡਿਆਈ ਬੜੀ ਸੱਚੀ ਹੈ। ਇਹ ਵਡਿਆਈ ਸੱਚੀ ਭਾਵ ਇਸ ਵਡਿਆਈ ਦੇ ਨਾਲ ਹਉਮੈ ਨਹੀਂ ਆਉਂਦੀ। ਜਦੋਂ ਨਾਮ ਦੇ ਵਿੱਚੋਂ ਸਵਾਦ ਆਉਂਦਾ, ਰਸ ਆਉਂਦਾ ਹੈ, ਇਹ ਸੱਚੀ ਵਡਿਆਈ। ਲੋਕ ਜਦੋਂ ਵਡਿਆਈ ਕਰਦੇ ਨੇ ਨਾ, ਸੋ ਉਸ ਵਡਿਆਈ ਦੇ ਨਾਲ ਕਦੀ ਹਉਮੈ ਨਹੀਂ ਆਉਂਦੀ। ਜੇ ਨਾਮ 'ਚੋਂ ਸਵਾਦ ਹੀ ਨਾ ਆਇਆ, ਬਾਣੀ 'ਚੋਂ ਸਵਾਦ ਹੀ ਨਾ ਆਇਆ, ਲੋਕਾਂ ਨੇ ਵਡਿਆਈ ਕੀਤੀ, ਉਹ ਮੈਲ ਲੱਗ ਜਾਣੀ, ਉਹ ਮੈਲ ਲੱਗ ਜਾਵੇਗੀ, ਹਉਮੈ ਦੀ ਮੈਲ ਲੱਗ ਜਾਵੇਗੀ। ਪਰ ਜਦੋਂ ਰਸ ਆ ਰਿਹਾ ਹੈ, ਸੱਚੀ ਵਡਿਆਈ ਆ ਰਹੀ ਹੈ, ਜਿਹਨੂੰ ਰਸ ਆਉਣ ਲੱਗ ਪੈਂਦਾ ਹੈ, ਉਹ ਸੱਚੇ ਦੀ ਵਡਿਆਈ ਸੱਚੇ ਹਿਰਦੇ ਨਾਲ ਕਰਦਾ ਹੈ। ਜਦੋਂ ਇਹ ਸੱਚੇ ਦੀ ਵਡਿਆਈ ਸੱਚੇ ਹਿਰਦੇ ਨਾਲ ਕਰਦਾ, ਅਤੇ ਸੱਚਾ ਵੀ ਇਸ ਨੂੰ ਫਿਰ ਇਹ ਵਡਿਆਈ ਬਖਸ਼ਿਸ਼ ਕਰਦਾ। ਸੋ ਸੱਚਾ, ਕਿਉਂਕਿ ਜਦੋਂ ਸੱਚੀ ਵਡਿਆਈ ਹੁੰਦੀ ਜਦੋਂ ਅੰਦਰੋਂ ਕਰਦਾ ਹੈ, ਪਖੰਡ ਨਹੀਂ ਹੈ, ਅੰਦਰੋਂ ਨਿਕਲਦਾ ਸਾਰਾ ਕੁਝ, ਅਤੇ ਉਹਦੀ ਵਡਿਆਈ ਵੀ ਸੱਚੀ ਹੋਣੀ ਸ਼ੁਰੂ ਹੋ ਜਾਂਦੀ। ਸੱਚਾ ਕਰਾਉਂਦਾ, ਸੱਚਾ ਕਰਾਉਂਦਾ। ਕਰ ਕਿਰਪਾ ਲਿਹੁ ਮਿਲਾਏ, ਮਹਿਲ ਹਰ ਪਾਵੈ ਜੀਆ। ਸੋ ਮਹਿਲ ਕੀ ਆ? ਮਹਿਲ ਸਰੂਪ ਨੂੰ ਕਿਹਾ ਜਾਂਦਾ ਹੈ। ਸਰੂਪ ਇਸ ਦਾ ਆਪਣਾ, ਇਹਦਾ ਆਪਣਾ ਸਰੂਪ ਆ। ਜਿਹੜਾ ਸਰੀਰ ਅਸੀਂ ਵੇਖਦੇ ਹਾਂ ਕਿ ਇਹ ਸਰੂਪ ਹੈ, ਇਹ ਰੱਬ ਨੇ ਇਸ ਨੂੰ ਦੇ ਦਿੱਤਾ। ਹੁਣ ਇਹਨੂੰ ਕਹਿ ਦਿੱਤਾ ਵੀ ਇਹਦੇ ਵਿੱਚ ਤੂੰ ਆਪਣਾ ਸਰੂਪ ਲੱਭ। ਇਹ ਇਸ ਨੂੰ ਬੁਝਾਰਤ ਦਿੱਤੀ ਹੋਈ ਹੈ। ਸਰੀਰ ਹੀ ਤਾਂ ਮਧਾਵਣੀ ਹੈ, ਸਰੀਰ ਹੀ ਮਧਾਵਣੀ ਹੈ। ਸੋ ਇਹਦੇ ਵਿੱਚੋਂ ਆਪਣੇ ਸਰੂਪ ਨੂੰ ਲੱਭਣਾ। ਹੁਣ ਜਿਸ ਨੂੰ ਆਪਣਾ ਸਰੂਪ ਪ੍ਰਾਪਤ ਹੁੰਦਾ, ਹੁੰਦਾ ਬਾਣੀ ਨਾਲ। ਜਿਉਂ ਜਿਉਂ ਬਾਣੀ ਦੀ ਸਮਝ ਆਉਣੀ ਹੈ, ਤਿਉਂ ਤਿਉਂ ਸਾਨੂੰ ਆਪਣੇ ਆਪ ਦੀ ਸੋਝੀ ਆਉਣੀ। ਸਾਚੀ ਲਵੈ ਬਿਨਿ ਦੇਹ ਨਿਮਾਣੀ। ਜਿੰਨਾ ਚਿਕਰ ਬਾਣੀ ਦੇ ਨਾਲ ਲਿਵ ਨਹੀਂ ਸੀ ਲੱਗੀ, ਇਹ ਨਿਮਾਣਾ ਹੀ ਹੁੰਦਾ। ਕਦੀ ਕਿਸੇ ਚੀਜ਼ ਦੀ ਲੋੜ ਪੈ ਗਈ, ਮੰਗ ਤੇ ਨਹੀਂ ਹੁੰਦੇ ਜਿਹੜੇ ਮੰਗ ਤੇ। ਸੋ ਕਦੀ ਆਹ ਵੀ ਮੰਗ ਲੈ, ਹਰੇਕ ਚੀਜ਼ ਤਾਂ ਮੰਗ ਕੇ ਲੈਣੀ ਹੈ। ਸੋ ਹੈ ਹੀ ਨਹੀਂ ਕੋਲ, ਪੱਲੇ ਹੀ ਕੱਖ ਨਹੀਂ ਮੰਗ ਤੇ। ਨਾ ਆਪਣਾ ਘਰ ਘਾਟ ਹੈ, ਕੱਪੜਾ ਜਿਹੜਾ ਵੀ ਮੰਗ ਕੇ ਲੈਣਾ, ਖਾਣ ਪੀਣ ਨੂੰ ਵੀ ਮੰਗ ਕੇ ਲੈਣਾ, ਹਰੇਕ ਚੀਜ਼ ਮੰਗ ਕੇ। ਆਹ ਦੇਹੀ ਦਾ ਇਹ ਕੰਮ ਹੈ। ਇਹ ਤੋਂ ਵੱਡੀ ਮੰਗਤੀ ਕਿਹੜੀ ਹੋ ਸਕਦੀ ਹੈ? ਦੇਹੀ ਤੋਂ ਵੱਡੀ ਕੋਈ ਮੰਗਤੀ ਨਹੀਂ। ਸਰੀਰ ਸਭ ਤੋਂ ਵੱਡਾ ਮੰਗਤਾ ਹੈ। ਜਦੋਂ ਲੋੜ ਪੈਂਦੀ, ਆਹ ਹੈ ਨਹੀਂ, ਹੁਣ ਆਹ ਹੈ ਨਹੀਂ, ਆਹ ਹੈ ਨਹੀਂ। ਹੁਣ ਜਦੋਂ ਇਹਦੀ ਲਿਵ ਲੱਗ ਜਾਂਦੀ ਹੈ, ਇਹ ਮੰਗਣਾ ਹੀ ਖਤਮ ਹੋ ਜਾਂਦਾ। ਸੰਤੋਖ ਦੇ ਵਿੱਚ ਹੈ। ਜਦੋਂ ਸਰੀਰ ਦੀ ਲਿਵ ਲੱਗਦੀ, ਭਾਵੇਂ ਸੰਤੋਖ ਦੇ ਵਿੱਚ ਹੈ, ਲੋੜਾਂ ਇਹਦੀਆਂ ਖਤਮ ਹੁੰਦੀਆਂ, ਫਿਰ ਸਰੂਪ ਦੀ ਮਹਿਲ ਦੀ ਸੋਝੀ ਆਉਣ ਲੱਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੋ ਜਿਸ ਨੂੰ ਇਸ ਰੂਪ ਦੀ ਸੋਝੀ ਆਉਂਦੀ ਹੈ, ਉਹ ਅੰਦਰ ਟਿਕਦਾ, ਉਹਨੂੰ ਫਿਰ ਉਹ ਕਿਰਪਾ ਕਰਕੇ ਮਿਲਦਾ। ਉਹ ਦਿਨ ਰਾਤ ਦਾ ਮਿਲਾਪ ਹੁੰਦਾ, ਕਦੀ ਉਸ ਮਿਲਾਪ ਦੇ ਵਿੱਚ ਵਿਛੋੜਾ ਨਹੀਂ ਹੁੰਦਾ। ਗੁਰੂ ਕਿਰਪਾ ਕਰੇ। ਸੋ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਮ ਵਿਸਾਰਨਾ, ਅੰਗੀਕਾਰੂ ਕਰੇ ਤੇਰਾ ਕਾਰ ਸਭ ਸਵਾਰਨਾ। ਸਭ ਨਾ ਗੱਲਾਂ ਸਮਰਾ ਸੁਆਮੀ, ਸੋ ਕੇ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਖਰਿਸ਼ਾਨ ਸੁਖ ਮਨੈ ਵਸਿਆ। ਜਿਨ ਇੱਛਾ ਸਭ ਵਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾਂ। ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋਂ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾਂ ਜਿਤ ਖਰ ਧਾਰਿਆ, ਪੰਚ ਦੂਤ ਦਵਾਸ ਕੀਤੇ। ਕਾਲ ਕੰਟਕ ਮਾਰਿਆ,
ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਖੇ ਲਾਗੇ ਕਹਿ ਨਾਨਕ ਤੈਸ ਕਹੋਂ ਤਿਤ ਕਰਾ ਨਹਦ ਵਾਜੇ ਹਨ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਥਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮ ਠਾਕੁਰ ਤੁਮ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਤੁਮ ਬਾਰਕ ਤੇਰੇ ਕਿਰਪਾ ਮੈਂ ਸੂਖ ਕਨੇਰੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸੂਤਰ ਧਾਰੀ ਸੋ ਆਗਿਆਕਾਰੀ ਦਾਸ ਸਦਾ ਕੁਰਬਾਨੀ। ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਲੇ ਆਕੀ ਰਹੇ ਨਾ ਕੋਏ ਬਚੇ ਸ਼ਰਨ ਜੋ ਹੋਏ ਚੜ੍ਹੇ ਸੋਤਰੇ ਪਾਰ ਗੁਰ ਪਾਰ ਉਤਾਰਨਾਰ
ਕਲਗੀ ਸੋ ਹੈ ਸੀਸ, ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾਂ, ਤੁਮ ਹੀ ਸੱਜਣ ਸਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ। ਰਹਾਉ ਕੋਟ ਪਰਾਧੁ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ